सतनाम वाहिगुरु साहिब जी। हम मैले तुम उजल करते, हम निर्गुण तू दाता। हम मैले तुम उजल करते, हम निर्गुण तू दाता। हम मूरख तुम चतुर सियाणे, तू सर्व कला का ज्ञाता माधो। हम ऐसे तू ऐसा, हम पापी तुम पाप खंडन। नीको ठाकुर देसा, तुम सब साजे साज निवाजे। जियो पिंड दे प्राणा, निर्गुण यारे गुण नहीं कोई। तुम दान देओ मेहरबाना, गुण नहीं कोई। निर्गुण यारे गुण नहीं कोई, तुम दान देहो मेहरबाना। सतनाम वाहिगुरु साहिब जी। असाड़ तपंदा तिस लगै, हर नहा न जिना पास। जग जीवन पुरख त्याग कै, मानस संधि आस। दुए भाए बगुचिए, गल पई सो जम की फास। जेहा बीजै सो लूणे, मत्थै जो लखियास। रैण बिहाणी पछताणी, उठ चली गई निराश। जिनको साधु भेटिए, सो दरगाह होए खलास। कर किरपा प्रभ अपनी, तेरे दर्शन होए प्यास। प्रभ तुद बिन दूजा को नहीं, नानक की अरदास। आषाढ़ सुहंदा तिस लगे, जिस मन हर चरण निवास। आषाढ़ सुहंदा तिस लगे, जिस मन हर चरण निवास। वाहिगुरु जी का खालसा, वाहिगुरु जी की फतेह। गुरु प्यारी साध संगत जी, अज देसी महीने के मुताबिक आषाढ़ महीने की आरंभता हुई है। गुरु अर्जन साहब जी महाराज का उच्चारण किया होया 12 माह, जो असी माझ राग दे विच साडी रवायत अनुसार हरेक महीने एक शब्द नूं पढ़िया जाता है। इस शब्द का मूल पाठ आप जी ने सरवण किया है। आओ इस शब्द विच सतगुरु जी सानू की गुरमत दृढ़ करा रहे हैं। सतगुरु जी की कृपा नाल ही विचार सांझी करन दा यतन करिए। आषाढ़ तपंदा तिस लगे, हर नहा न जिन्ना पास। तपत वैसे भी ये जिहड़ा साडा देश है, इस महीने दे विच गर्म लूहां भी चलदियां हां, बड़ी तपश रहिंदी है। पर गुरु साहब महाराज इत्थे जिहड़ी तपश की गल कर रहे हो, वो अंदरली तपश है। तपश अग। आषाढ़ तपंदा तिस लगे, हर नाहा न जिन्ना। नाहा कहते हैं परमात्मा जिन्हां कोल नहीं है, जिन्हां कोल परमात्मा का नाम नहीं है। वैसे अग भी कई तरह की परमात्मा
ਦੀ ਕਿਰਪਾ ਨਾਲ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ। ਅੱਗ ਵੀ ਇੱਕ ਤਰ੍ਹਾਂ ਦੀ ਨਹੀਂ ਹੈ। ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼। ਤੇ ਸਤਿਗੁਰੂ ਕਹਿੰਦੇ ਇਹ ਜਿਹੜੀ ਬਾਹਰਲੀ ਗਰਮੀ ਹੈ, ਇਹ ਤਾਂ ਮੌਸਮ ਬਦਲਦੇ ਰਹਿੰਦੇ ਆ, ਕਦੇ ਠੰਡ ਆ ਗਈ ਕਦੇ ਗਰਮੀ ਆ ਜਾਏਗੀ, ਪਰ ਅੰਦਰ ਕਈ ਵੇਲੇ ਸਾਰੀ ਜ਼ਿੰਦਗੀ ਤਪਸ਼ ਵਿੱਚ ਮਨੁੱਖ ਦੀ ਨਿਕਲ ਜਾਂਦੀ। ਸਤਿਗੁਰ ਨੇ ਅਰਦਾਸ ਕੀਤੀ ਹੈ ਕਿ ਹੇ ਸਤਿਗੁਰ, ਤੇਰੇ ਤੋਂ ਬਿਨਾ ਹਰ ਬਿਨ ਜੀਓ ਜਲ ਬਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਇਹਦਾ ਕਾਰਨ ਵੀ ਦੱਸਿਆ, ਅੰਦਰਲੀ ਤਪਸ਼ ਦਾ ਗੁਰੂ ਸਾਹਿਬ ਨੇ ਕਾਰਨ ਵੀ ਦੱਸਿਆ। ਉਹ ਕਾਰਨ ਕੀ ਕਹਿੰਦੇ? ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ। ਕਾਰਨ ਕੀ ਹੈ ਕਿ ਅੰਦਰ ਤਪਸ਼ ਵੱਧ ਜਾਂਦੀ ਹੈ ਮਨੁੱਖ ਦੇ। ਉਹਦਾ ਕਾਰਨ ਹੈ ਕਿ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਦੇ ਅੰਦਰ ਪ੍ਰਮਾਤਮਾ ਦਾ ਨਾਮ ਭੁੱਲ ਜਾਏ, ਪ੍ਰਭੂ ਦੀ ਉਸਤਤ ਭੁੱਲ ਜਾਏ, ਤੇ ਅੰਦਰਲੀ ਜਿਹੜੀ ਤਪਸ਼ ਹੈ ਉਹ ਮਨੁੱਖ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਦੇਖੋ, ਜੇ ਆਪਾਂ ਪਿਛਲੇ ਸਮੇਂ ਵਿੱਚ ਚਲੇ ਜਾਈਏ, ਲੋਕ ਦਰਖਤਾਂ ਦੀਆਂ ਛਾਵਾਂ ਥੱਲੇ ਬੈਠਦੇ ਸਨ। ਕਈ ਲੋਕ ਆਪਣੇ ਸਰੀਰ ਤੇ ਚੰਦਨ ਲਾ ਲੈਂਦੇ ਸਨ, ਠੰਡਾ ਕਰਦੇ ਆਪਣੇ ਸਰੀਰ ਨੂੰ। ਤੇ ਅੱਗੇ ਅੱਗੇ ਸਮਾਂ ਆ ਗਿਆ, ਪੱਖੀਆਂ ਆ ਗਈਆਂ, ਪੱਖੇ ਆ ਗਏ, ਕੂਲਰ ਆ ਗਏ, ਏਸੀ ਆ ਗਏ, ਪਰ ਬੰਦਾ ਫੇਰ ਵੀ ਅੰਦਰੋਂ ਤਪਸ਼ ਦੇ ਨਾਲ ਭਰਿਆ ਹੋਇਆ ਹੈ। ਭਾਵੇਂ ਪਹਾੜ ਬਰਫ਼ ਦੀਆਂ ਚੋਟੀਆਂ ਦੇ ਵਿੱਚ ਵੀ ਜਾ ਕੇ ਬਹਿ ਜਾਏ ਤਾਂ ਵੀ ਤਪਸ਼ ਹੈ, ਕਿਉਂਕਿ ਰੱਬ ਕੋਲ ਨਹੀਂ ਹੈ। ਹਰ ਨਾਹਾ ਨਾ ਜਿੰਨਾ ਪਾਸ। ਸਤਿਗੁਰੂ ਨੇ 3 ਦੱਸੇ ਆ ਵੀ ਇਹਨੂੰ ਸਰੀਰ ਨੂੰ ਠੰਡਾ ਕਰਨ ਵਾਸਤੇ, ਪਰ ਇਹਦੇ ਨਾਲ ਸਰੀਰ ਠੰਡਾ ਹੋ ਜਾਏਗਾ, ਅੰਦਰ ਠੰਡਾ ਹੋਏਗਾ, ਉਹ ਵੀ ਗੱਲ ਦੱਸੀ ਗੁਰੂ ਸਾਹਿਬ ਨੇ। ਪਹਿਲੀ ਗੱਲ ਕਹਿੰਦੇ ਚੰਦਨ, ਬਾਵਨ ਚੰਦਨ ਉਹਨੂੰ ਕਿਹਾ ਜਾਂਦਾ, ਤੇ ਲੋਕ ਸਰੀਰ ਤੇ ਮਲ ਲੈਂਦੇ। ਜਿਹੜਾ ਸੱਪ ਹੁੰਦਾ ਨਾ, ਸੱਪ ਜਦੋਂ ਅੰਦਰ ਉਹਦੀ ਜ਼ਹਿਰ ਬਹੁਤ ਇਕੱਠੀ ਹੋ ਜਾਂਦੀ ਆ, ਤੇ ਉਹ ਆਪਣੀ ਅੰਦਰਲੀ ਤਪਸ਼ ਨੂੰ ਖਤਮ ਕਰਨ ਲਈ, ਜ਼ਹਿਰ ਨੂੰ ਖਤਮ ਕਰਨ ਵਾਸਤੇ ਉਹ ਉਸ ਚੰਦਨ ਦੇ ਦਰਖਤ ਦੇ ਕੋਲ ਆ ਕੇ ਉਹਦੇ ਉੱਪਰ ਡੰਗ ਮਾਰਦਾ ਹੈ, ਅੱਗ ਨਿਕਲਦੀ ਉਹਦੇ ਅੰਦਰੋਂ, ਅੱਗ। ਪਰ ਗੁਰੂ ਸਾਹਿਬ ਕਹਿੰਦੇ ਭਾਵੇਂ ਮਨੁੱਖ ਸਰੀਰ ਨੂੰ ਠੰਡਾ ਕਰ ਸਕਦਾ, ਚੰਦਨ ਪੂਰੇ ਸਰੀਰ ਤੇ ਲਾ ਲੈ, ਫਿਰ ਬੰਦਾ ਸਾਰੀ ਦਿਹਾੜੀ ਦਾ ਥੱਕਿਆ ਹੋਇਆ, ਸਰੀਰ ਤਪ ਜਾਂਦਾ ਗਰਮੀਆਂ ਦੇ ਵਿੱਚ, ਵੀ ਇਹਨੂੰ ਠੰਡਾ ਕਿੱਦਾਂ ਕਰ। ਜਿਸ ਵੇਲੇ ਸੰਧਿਆ ਹੁੰਦੀ ਹੈ, ਚੰਦਰਮਾ ਦੀਆਂ ਕਿਰਨਾਂ ਸ਼ੁਰੂ ਹੋ ਜਾਂਦੀਆਂ, ਸਰੀਰ ਠੰਡਾ ਹੋਣਾ ਸ਼ੁਰੂ ਹੋ ਜਾਂਦਾ, ਥੋੜਾ ਜਿਹਾ ਉਹਨੂੰ ਆਰਾਮ ਮਿਲਦਾ, ਦਿਨ ਨਾਲੋਂ ਥੋੜੀ ਠੰਡ ਹੁੰਦੀ, ਠੰਡਕ ਬਣ ਜਾਂਦੀ। ਤੇ ਇੱਕ ਹੋਰ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਇੱਕ ਸਰਦੀ ਦੇ ਰੁੱਤ ਵਿੱਚ ਬੰਦਾ ਕਹਿੰਦਾ ਮੇਰਾ ਸਰੀਰ ਠੰਡਾ ਰਹਿੰਦਾ ਹੈ। ਗੁਰੂ ਮਹਾਰਾਜ ਕਹਿੰਦੇ ਸਰੀਰ ਠੰਡਾ ਹੋ ਸਕਦਾ, ਇਹਦੇ ਨਾਲ ਅੰਦਰ ਆਤਮਾ ਜਿਹੜੀ ਹੈ ਉਹ ਨਹੀਂ ਠੰਡੀ ਹੋ ਸਕਦੀ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੀ ਘਾਮ। ਘਾਮ ਕਹਿੰਦੇ ਗਰਮੀ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੀ ਘਾਮ। ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਅੰਦਰ ਸੀਤਲਤਾ ਆਏਗੀ ਜਦੋਂ ਪ੍ਰਮਾਤਮਾ ਦਾ ਨਾਮ ਜਪੇਗਾ। ਕੱਲ ਆਪਾਂ ਨੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਮਨਾਇਆ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਆ, ਬਾਣੀਆਂ ਕਹਾਣੀਆਂ। ਉਹਦੇ ਵਿੱਚ ਇੱਕ ਸਵਾਲ ਲਿਖਿਆ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਹੈ? ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ? ਉਹਨਾਂ ਨੇ 2 ਉਦਾਹਰਨਾਂ ਲਿਖੀਆਂ। ਇੱਕ ਪਹਿਲੀ ਉਦਾਹਰਨ ਜਿਹੜੀ ਹੈ ਪ੍ਰਹਲਾਦ ਦੀ ਲਿਖੀ ਹੈ। ਇਹ ਆਪਾਂ ਸਾਰੇ ਇਸ ਇਤਿਹਾਸ ਨੂੰ ਜਾਣਦੇ ਹਾਂ ਕਿ ਉਹਦਾ ਪਿਤਾ ਹਰਨਾਕਸ ਜਿਹੜਾ ਸੀ, ਉਹਨੂੰ ਮਾਰਨ ਵਾਸਤੇ ਤਿਆਰ ਸੀ, ਕਿਉਂਕਿ ਉਹਦੀ ਗੱਲ ਨਹੀਂ ਮੰਨਦਾ ਸੀ। ਇੱਕ ਵਾਰੀ ਕਹਿੰਦੇ ਹਨ ਗਰਮ ਥੰਮ ਦੇ ਨਾਲ ਉਹਨੂੰ ਜੱਫਾ ਪਾਉਣ ਵਾਸਤੇ ਆਖਿਆ ਗਿਆ ਵੀ ਇਹ ਸੜ ਕੇ ਮਰ ਜਾਏਗਾ। ਪਰ ਜਿਸ ਵੇਲੇ ਕਹਿੰਦੇ ਪ੍ਰਹਲਾਦ ਦੇਖਦਾ ਕਿ ਉਸ ਥੰਮ ਦੇ ਉੱਪਰ ਇੱਕ ਕੀੜੀ ਚੱਲ ਰਹੀ ਹੈ, ਗਰਮ ਥੰਮ ਦੇ ਉੱਪਰ ਕੀੜੀ ਚੱਲ ਰਹੀ। ਪੁਰਾਤਨ ਸਮਿਆਂ ਦੇ ਵਿੱਚ ਪੜ੍ਹਿਆ ਜਾਂਦਾ ਸੀ ਕੀੜੀ ਨਾ ਬਣਦਾ ਰਾਮ, ਪ੍ਰਹਲਾਦ ਡੋਲ ਜਾਂਦਾ ਹੈ। ਉਹਨੂੰ ਵਿਸ਼ਵਾਸ ਹੋ ਗਿਆ ਵੀ ਕੀੜੀ ਨਹੀਂ ਸੜ ਸਕਦੀ ਤੇ ਮੈਂ ਕਿਉਂ ਸੜਾਂਗਾ। ਜਾ ਕੇ ਉਹਨੇ ਜੱਫਾ ਪਾ ਲਿਆ ਸੀ। ਰੱਬ ਨੇ ਉਸ ਅੱਗ ਦਾ ਸੁਭਾਅ ਬਦਲ ਦਿੱਤਾ। ਇੱਕ
ਉਦਾਹਰਨ ਜਿਹੜੀ ਆ ਨਮਰੂਦ ਦੀ ਕਚਹਿਰੀ ਦੇ ਵਿੱਚ ਇਬਰਾਹੀਮ ਨੂੰ ਸਜ਼ਾ ਕੀ ਦਿੱਤੀ ਗਈ? ਸਜ਼ਾ ਕੀ ਦਿੱਤੀ ਗਈ? ਕੋਲਿਆਂ ਦੇ ਉੱਪਰ ਚੱਲਣਾ, ਅੰਗਾਰਾਂ ਦੇ ਉੱਪਰ ਚੱਲਣਾ ਹੈ। ਜੇ ਤੂੰ ਖੁਦਾ ਪ੍ਰਸਤ ਹੈ ਨਾ ਤੇ ਅੰਗਾਰਾਂ ਦੇ ਉੱਪਰ ਚੱਲ ਕੇ ਦਿਖਾ, ਕੋਲਿਆਂ ਦੇ ਉੱਪਰ, ਸੜਦੇ ਕੋਲਿਆਂ ਦੇ ਉੱਪਰ ਚੱਲ ਕੇ ਦਿਖਾ। ਤੇ ਉਹ ਵੀ ਦੱਸਿਆ ਜਾਂਦਾ ਵੀ ਉਹ ਕੋਲੇ ਜਿਹੜੀ ਸੀ ਫੁੱਲ ਬਣ ਕੇ ਉਦਾਂ ਤੁਰਿਆ ਵੀ ਜਿੱਦਾਂ ਉਹ ਫੁੱਲਾਂ ਦੇ ਉੱਪਰ ਤੁਰ ਰਿਹਾ। ਪਰ ਜੇ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਇਹ ਸਵਾਲ ਜਿਹੜਾ ਕਿ ਸ਼ਹੀਦਾਂ ਦਾ ਸਰਤਾਜ ਕਿਉਂ ਕਿਹਾ ਜਾਂਦਾ ਹੈ, ਇੱਥੇ ਨਾ ਤਾਂ ਤਵੀ ਠੰਡੀ ਹੋਈ ਤੇ ਨਾ ਦੇਗ ਦਾ ਪਾਣੀ ਠੰਡਾ ਹੋਇਆ, ਨਾ ਗਰਮ ਰੇਤ ਠੰਡੀ ਹੋਈ, ਸੁਭਾਅ ਨਹੀਂ ਬਦਲਿਆ, ਕਿਉਂਕਿ ਇੱਥੇ ਤਵੀ ਤੇ ਬੈਠਣ ਵਾਲੇ ਬਹੁਤ ਠੰਡਾ ਸੀ। ਤਵੀ ਤੇ ਬੈਠਣ ਵਾਲਾ ਹੀ ਬਹੁਤ ਠੰਡਾ ਸੀ, ਕਿਉਂਕਿ ਸਾਨੂੰ ਸਮਝਾ ਰਹੇ ਆ, ਕਹਿੰਦੇ ਆਸਾੜ ਤਪੰਦਾ ਤਿਸ ਲੱਗੇ ਹਰ ਨਾਹਾ ਨਾ ਜਿਨ੍ਹਾਂ ਪਾਸ। ਉਹ ਆਪ ਹੀ ਬਹੁਤ ਠੰਡਾ ਸੀ ਤੇ ਜਿਸ ਵੇਲੇ ਤਵੀ ਤੇ ਬੈਠਾ ਤੇ ਸਭ ਕੁਝ ਠਾਰ ਦਿੱਤਾ। ਕੌੜਾ ਨਹੀਂ ਆਖਿਆ ਕਿ ਸਤਿਗੁਰੂ ਮਹਾਰਾਜ ਤੂੰ ਕਿਉਂ ਕੀਤਾ, ਉਲਾਂਭਾ ਨਹੀਂ ਦਿੱਤਾ। ਕਹਿੰਦੇ ਤੇਰਾ ਕੀ ਆ ਮੀਠਾ ਲਾਗੇ, ਜੋ ਸਤਿਗੁਰੂ ਤੂੰ ਕਰ ਰਿਹਾ, ਜੋ ਤੁਧ ਭਾਵ ਹੈ ਸਾਈ ਭਲੀ ਕਾ। ਬਹੁਤ ਉਦਾਹਰਨਾਂ ਹਨ ਜਿਹੜੇ ਤੁਹਾਨੂੰ ਬਾਹਰੋਂ ਦਿਖ ਜਾਣਗੇ ਪਰ ਅੰਦਰ ਬੜੀ ਤਪਸ਼ ਦੇ ਵਿੱਚ ਜੀਵਨ ਬਤੀਤ ਕਰਦੇ। ਕਲਗੀਧਰ ਪਾਤਸ਼ਾਹ ਜੀ ਦੇ ਦੀਵਾਨ ਦੇ ਵਿੱਚ ਇੱਕ ਸਾਧੂ ਆਇਆ ਤੇ ਉਹਦਾ ਨਾਮ ਸੀ ਸੀਤਲ ਦਾਸ। ਹੁਣ ਦੇਖੋ ਕਿੰਨਾ ਨਾਮ ਵਧੀਆ ਰੱਖਿਆ, ਸੀਤਲ ਦਾਸ। ਪੂਰੇ ਸਰੀਰ ਦੇ ਉੱਪਰ ਸਵਾ ਮੜੀ ਹੋਈ ਸੀ, ਪੂਰੇ ਸਰੀਰ ਦੇ ਉੱਪਰ, ਹੱਥ ਦੇ ਵਿੱਚ ਚਮਟਾ ਸੀ। ਇਦਾਂ ਦੇ ਸਾਧੂ ਤੁਹਾਨੂੰ ਮਿਲ ਜਾਣਗੇ। ਤੇ ਉੱਥੇ ਦਰਬਾਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਸਿੱਖ ਸੀ ਭਾਈ ਸੁਥਰੇ ਸ਼ਾਹ। ਉਹ ਗੁਰਮਤ ਦੀ ਗੱਲ ਹਾਸੇ ਦੇ ਨਾਲ ਕਰਦਾ ਸੀ। ਉਹ ਆ ਕੇ ਨਾ ਉਹ ਸਾਧੂ ਦੇ ਪਿੱਛੇ ਬਹਿ ਗਿਆ। ਉਹਨੇ ਉਸ ਸਾਧੂ ਦੇ ਸਰੀਰ ਤੋਂ ਇੱਕ ਚੁਟਕੀ ਸਵਾਹ ਦੀ ਭਰ ਲਈ। ਉਹ ਥੋੜਾ ਜਿਹਾ ਅੱਗੇ ਹੋ ਕੇ ਬੈਠ ਗਿਆ, ਇੱਕ ਚੁਟਕੀ ਹੋਰ ਭਰ ਲਈ, ਹੋਰ ਅੱਗੇ ਹੋ ਗਿਆ। ਉਹ ਤਿੰਨ ਚਾਰ ਜਦੋਂ ਚੁਟਕੀਆਂ ਸਵਾਹ ਦੀਆਂ ਭਰੀਆਂ ਤਾਂ ਉਹਨੂੰ ਗੁੱਸਾ ਆ ਗਿਆ ਤੇ ਸੁਥਰੇ ਸ਼ਾਹ ਅੱਗੇ ਅੱਗੇ ਤੇ ਮਹਾਰਾਜ ਸੀਤਲ ਦਾਸ ਜਿਹੜੇ ਸਨ ਉਹ ਮਗਰ ਮਗਰ ਚਮਟਾ ਲੈ ਕੇ ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਘੁਮਾ ਦਿੱਤਾ। ਫਿਰ ਵਾਪਸ ਆ ਗਏ ਦਰਬਾਰ ਦੇ ਵਿੱਚ। ਕਲਗੀਧਰ ਪਾਤਸ਼ਾਹ ਜੀ ਨੇ ਬੁਲਾਇਆ, ਕਹਿਣ ਲੱਗੇ ਸੁਥਰਿਆ ਇਹ ਮਹਾਂਪੁਰਸ਼ਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਆ? ਕਹਿਣ ਲੱਗਾ ਸਤਿਗੁਰੂ ਜੀ ਪਰੇਸ਼ਾਨ ਨਹੀਂ ਕਰ ਰਿਹਾ, ਮੈਂ ਤਾਂ ਦੇਖਣਾ ਚਾਹੁੰਦਾ ਵੀ ਸਵਾਹ ਮਲੀ ਆ ਤੇ ਸਵਾਹ ਤਾਂ ਉੱਥੇ ਹੁੰਦੀ ਨਾ ਜਿੱਥੇ ਅੱਗ ਹੁੰਦੀ ਹੈ। ਤੇ ਪਤਾ ਲੱਗ ਗਿਆ ਵੀ ਅੱਗ ਵੀ ਬੜੀ ਅੰਦਰ, ਇਹਦੇ ਅੱਗ ਵੀ ਬਹੁਤ ਹੈ। ਸਤਿਗੁਰੂ ਦੀ ਬਾਣੀ ਤੁਸੀਂ ਪੜ੍ਹਦੇ ਹੋ, ਸੁਖਮਨੀ ਸਾਹਿਬ ਕਹਿੰਦੇ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੇ ਅਥਾ। ਕਹਿੰਦੇ ਗਲ ਦੇ ਵਿੱਚ ਵਿਕਾਰ ਹੀ ਵਿਕਾਰ ਹਨ ਤੇ ਕਿੱਦਾਂ ਇਸ ਸੰਸਾਰ ਸਮੁੰਦਰ ਨੂੰ ਤਰ ਸਕੇਗਾ। ਗੁਰੂ ਸਾਹਿਬ ਮਹਾਰਾਜ ਨੇ ਉਦਾਹਰਣ ਦਿੱਤੀ, ਸਾਨੂੰ ਸਮਝਾ ਰਹੇ ਆ। ਕਹਿੰਦੇ ਅਸਾੜ ਤਪੰਦਾ ਤਿਸ ਲੱਗੇ ਹਰ ਨਾਹਾ ਨਾ ਜਿਨ੍ਹਾਂ ਪਾਸ। ਜਿਨ੍ਹਾਂ ਦੇ ਕੋਲ ਪਰਮਾਤਮਾ ਨਹੀਂ ਹੈ ਨਾ, ਉਹ ਭਾਵੇਂ ਸਰਦੀ ਵਿੱਚ ਬਤੀਤ ਜੀਵਨ ਕਰਦੇ ਹੋਣ, ਭਾਵੇਂ ਏਸੀ ਵਿੱਚ ਹੋਣ, ਪਰ ਉਹਨਾਂ ਦਾ ਅੰਦਰ ਤਪਦਾ ਹੀ ਰਹਿੰਦਾ ਹੈ, ਤਪਦਾ ਹੀ ਰਹਿੰਦਾ ਹੈ। ਉਹ ਕਿਤੇ ਵੀ ਉਹਨਾਂ ਨੂੰ ਟਿਕਾਊ ਨਹੀਂ ਹੈ, ਕਿਤੇ ਵੀ ਉਹਨਾਂ ਨੂੰ ਸ਼ਾਂਤੀ ਨਹੀਂ ਹੈ। ਤੇ ਕਿਉਂ ਸ਼ਾਂਤੀ ਹੈ? ਕਿਉਂਕਿ ਉਹਨਾਂ ਨੇ ਰੱਬ ਅਕਾਲ ਪੁਰਖ ਨੂੰ ਭੁਲਾ ਦਿੱਤਾ ਹੈ। ਤੇ ਕੀ ਕੀਤਾ? ਸਤਿਗੁਰੂ ਅੱਗੇ ਦੱਸ ਰਿਹਾ, ਜਗ ਜੀਵਨ ਪੁਰਖ ਤਿਆਗ ਕੈ। ਜਿਹੜਾ ਜਗ ਨੂੰ ਜੀਵਨ ਦੇ ਰਿਹਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਸੰਧੀ ਕਹਿੰਦੇ ਦੀ, ਮਨੁੱਖਾਂ ਦੀ ਆਸ ਲੈ ਕੇ ਬੈਠਾ ਹੈ, ਬੰਦਿਆਂ ਦੀ ਆਸ ਤੇ ਜੀਵਨ ਬਤੀਤ ਕਰ ਰਿਹਾ ਹੈ। ਉਹ ਤੁਸੀਂ ਬੰਦਿਆਂ ਦੀ ਗੱਲ ਕਰ ਲਓ, ਫਿਰ ਰੱਬ ਦੀ ਗੱਲ ਕਰ ਲਓ, ਬਹੁਤ ਫਰਕ ਹੈ। ਕਿਸੇ ਬੰਦੇ ਕੋਲ 2000 4000 5000 ਬੰਦਾ ਲੈ ਲਵੇ, ਫੇਰ ਲੋੜ ਪੈ ਜਾਏ, ਫੇਰ ਚਲੇ ਜਾਏ, ਉਹ ਕਹਿੰਦਾ ਵੀ ਜਿਹੜੇ ਦਿੱਤੇ ਸੀ ਖਤਮ ਹੋ ਗਏ। ਰੱਬ ਕਦੇ ਨਹੀਂ ਪੁੱਛਦਾ ਕਿੰਨਾ ਦਿੰਦਾ, ਦਿੰਦਾ ਦੇ ਲੈਂਦੇ ਥੱਕ ਪਾਏ। ਤੂੰ ਲੈਣ ਵਾਲਾ ਬਣ, ਉਹ ਤਾਂ ਤੈਨੂੰ ਝੋਲੀਆਂ ਭਰ ਕੇ ਦੇ ਦੇ। ਕਦੇ ਨਹੀਂ ਉਹਨੇ ਆਖਿਆ ਹੁਣ ਮੰਗਤਾ ਵੀ ਚਲੇ ਜਾਏ ਨਾ ਦੁਕਾਨ ਦੇ ਅੱਗੇ ਦੀ 1 ਰੁਪਈਆ ਦੇ ਦਿੱਤਾ, ਫੇਰ ਆ ਜਾਏ ਹੁਣ ਤਾਂ ਗਿਆ, ਹੁਣ ਤਾਂ ਤੈਨੂੰ ਦਿੱਤਾ ਸੀ। ਰੱਬ ਤਾਂ ਅਸੀਂ ਕਿੰਨਾ ਮੰਗਦੇ ਆ, ਇੰਨਾ ਮੰਗਦੇ ਹਾਂ, ਗੁਰੂ ਸਾਹਿਬ ਦੇ ਰਹੇ ਆ। ਤੇ ਉਹ ਭੁੱਲਣਾ ਨਹੀਂ ਚਾਹੀਦਾ। ਕਹਿੰਦੇ ਬੰਦਿਆਂ ਦੀ ਆਸ ਛੱਡ ਦਿਓ, ਬੰਦੇ ਕੁਛ ਨਹੀਂ ਦੇ ਸਕਦੇ।
ਜਿਹੜੇ ਬੰਦਿਆਂ ਦੇ ਮਗਰ ਘੁੰਮਦੇ ਆ ਨਾ, ਬੰਦਿਆਂ ਦੇ ਕੁਛ ਨਹੀਂ। ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜੋ। ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੇ ਭਗਵਾਨ। ਤੁਸੀਂ ਸਾਰੇ ਗੁਰਮੁਖ ਬੈਠੇ ਹੋ, ਜਪਜੀ ਸਾਹਿਬ ਤਾਂ ਸਾਰੇ ਪੜ੍ਹਦੇ ਹੋ। ਇੱਕ ਵਾਰੀ ਨਹੀਂ, 2 ਵਾਰੀ ਪੰਕਤੀ ਉਚਾਰੀ ਗੁਰੂ ਸਾਹਿਬ ਨੇ। ਕਹਿੰਦੇ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਦਾਤਾ ਇੱਕ ਹੈ ਸੋ ਮੈਂ ਵਿਸਰ ਨਾ ਜਾਈ, ਤੇ ਮੈਨੂੰ ਭੁੱਲਣਾ ਕਦੇ ਨਹੀਂ ਚਾਹੀਦਾ। ਦਾਤਾ ਇੱਕ ਹੈ, ਦਾਤੇ ਬਹੁਤ ਨਹੀਂ ਹਨ, ਉਹਦੇ ਕੋਲੋਂ ਮੰਗਣਾ ਹੈ। ਅਕਬਰ ਦੀ ਇੱਕ ਫਕੀਰ ਦੇ ਨਾਲ ਮਿੱਤਰਤਾ ਹੋ ਗਈ, ਰੋਜ਼ ਉਹਦੇ ਕੋਲ ਜਾਣਾ ਬੈਠਣਾ। ਫਕੀਰ ਬੇਪਰਵਾਹ ਸੀ ਤੇ ਕਾਫੀ ਦਿਨ ਹੋ ਗਏ ਉੱਥੇ ਉਸ ਇਲਾਕੇ ਦੇ ਵਿੱਚ ਕਾਲ ਪੈ ਗਿਆ। ਪਿੰਡ ਦੇ ਲੋਕਾਂ ਨੇ ਸਲਾਹ ਕੀਤੀ ਵੀ ਆਪਾਂ ਸਾਈਂ ਫਕੀਰ ਨੂੰ ਕਹਿੰਦੇ ਆ, ਤੇ ਅਕਬਰ ਦੀ ਉਹਨਾਂ ਦੇ ਨਾਲ ਮਿੱਤਰਤਾ ਹੈ, ਤੇ ਸਾਡਾ ਥੋੜਾ ਬਹੁਤਾ ਗੁਜ਼ਾਰਾ ਹੋ ਜਾਏਗਾ, ਸਾਨੂੰ ਥੋੜਾ ਬਹੁਤਾ ਧਨ ਜਾਂ ਅਨਾਜ ਕੁਛ ਵੀ ਦੇ ਦੇਵੇ ਰਾਜਾ। ਤੇ ਜਾ ਕੇ ਫਕੀਰ ਸਾਈਂ ਨੂੰ ਬੇਨਤੀ ਕੀਤੀ, ਕਹਿਣ ਲੱਗਾ ਵੀ ਮੈਂ ਕਿਸੇ ਬੰਦੇ ਕੋਲ ਅੱਜ ਤੱਕ ਮੰਗਿਆ ਤਾਂ ਨਹੀਂ ਹੈ, ਹਾਂ ਤੁਸੀਂ ਆਏ ਹੋ ਤੁਹਾਡੇ ਭਲੇ ਵਾਸਤੇ, ਤੁਹਾਡੇ ਇਹ ਨੇਕ ਕੰਮ ਵਾਸਤੇ ਮੈਂ ਜਾ ਸਕਦਾ ਅਕਬਰ ਦੇ ਕੋਲ। ਅਕਬਰ ਦੇ ਕੋਲ ਚਲਾ ਗਿਆ, ਅੰਦਰ ਜਾ ਕੇ ਪੁੱਛਿਆ, ਕਹਿਣ ਲੱਗੇ ਜੀ ਅੰਦਰ ਮਸਜਿਦ ਬਣੀ ਸੀ ਕਿਲੇ ਦੇ ਵਿੱਚ, ਕਹਿੰਦੇ ਉੱਥੇ ਨਮਾਜ਼ ਪੜ੍ਹ ਰਿਹਾ। ਉੱਥੇ ਚਲਾ ਗਿਆ, ਨਮਾਜ਼ ਪੜ੍ਹ ਕੇ ਨਾ ਦੁਆ ਮੰਗ ਰਿਹਾ ਸੀ ਕਿ ਅੱਲਾ ਮੇਰਾ ਰਾਜ ਭਾਗ ਹੋਰ ਵੱਧ ਜਾਏ, ਅੱਲਾ ਮੈਨੂੰ ਆਹ ਵੀ ਦੇ ਦਿਓ, ਅੱਲਾ ਮੈਨੂੰ ਆਹ ਵੀ ਦੇ ਦਿਓ। ਜੋ ਫਕੀਰ ਵਾਪਸ ਚਲਾ ਗਿਆ, ਤੇ ਜਦੋਂ ਨਮਾਜ਼ ਪੜ੍ਹ ਕੇ ਹਟਿਆ ਤੇ ਦੁਆ ਕੀਤੀ, ਤੇ ਉਹਨਾਂ ਦੇ ਜਿਹੜੇ ਵਜ਼ੀਰ ਸਨ ਉਹਨਾਂ ਨੇ ਆਖਿਆ ਵੀ ਤੁਹਾਡਾ ਮਿੱਤਰ ਫਕੀਰ ਆਇਆ ਸੀ। ਕਹਿਣ ਲੱਗਾ ਰੁਕਿਆ ਕਿਉਂ ਨਹੀਂ? ਉਹ ਕਹਿਣ ਲੱਗੇ ਇੱਥੇ ਤੱਕ ਆਏ ਸੀ ਫਿਰ ਚਲੇ ਗਏ ਵਾਪਸ, ਬੁਲਾ ਕੇ ਲਿਆਓ। ਬੁਲਾ ਕੇ ਲਿਆਂਦਾ। ਫਕੀਰ ਤੂੰ ਆਇਆ ਸੀ, ਰੁਕਿਆ ਕਿਉਂ ਨਹੀਂ? ਉਹ ਕਹਿਣ ਲੱਗਾ ਮੈਂ ਆਇਆ ਸੀ ਆਪਣੇ ਵਾਸਤੇ ਨਹੀਂ, ਮੈਂ ਲੋਕਾਂ ਦੇ ਭਲੇ ਵਾਸਤੇ ਆਇਆ। ਲੋਕ ਆਏ ਸੀ ਵੀ ਤੇਰਾ ਮਿੱਤਰ ਹੈ ਅਕਬਰ, ਰਾਜਾ ਮਿੱਤਰ ਹੈ, ਤੇ ਉਹ ਸਾਨੂੰ ਕੁਛ ਅਨਾਜ ਦੇ ਦੇਗਾ ਜਾਂ ਧਨ ਦੇ ਦੇਗਾ ਤੇ ਸਾਡਾ ਚੰਗਾ ਗੁਜ਼ਾਰਾ ਹੋ ਜਾਏਗਾ। ਪਰ ਇੱਥੇ ਆ ਕੇ ਦੇਖਿਆ ਤੂੰ ਤਾਂ ਆਪੇ ਮੰਗਤਾ ਬਣਿਆ ਬੈਠਾ। ਮੰਗਤਿਆਂ ਦੇ ਕੋਲੋਂ ਥੋੜੇ ਮੰਗੀਦਾ ਹੁੰਦਾ ਹੈ, ਦਾਤਿਆਂ ਦੇ ਕੋਲੋਂ ਮੰਗੀਦਾ, ਤੇ ਉਹ ਦਾਤਾ ਇੱਕੋ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਤੇ ਸੰਸਾਰ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਤੇਰੀ ਤਪਸ਼ ਇੰਨੀ ਅੰਦਰ ਇਸੇ ਕਰਕੇ ਹੈ ਕਿਉਂਕਿ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਲੋਕਾਂ ਦੀ ਆਸ ਲੈ ਕੇ ਬੈਠਾ ਵੀ ਉਹ ਫਲਾਨਾ ਮੇਰਾ ਕੰਮ ਕਰ ਦੇਗਾ, ਫਲਾਨਾ ਕੋਈ ਨਹੀਂ ਕਰੇਗਾ। ਰੱਬ ਹੈ ਪ੍ਰਮਾਤਮਾ ਕਰਨ ਵਾਲਾ, ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਈ। ਜਿਹੜੇ ਲੋਕਾਂ ਦੇ ਆਸਰੇ ਜੀਵਨ ਬਤੀਤ ਕਰਦੇ ਆ ਉਹ ਜੀਵਨ ਦੇ ਵਿੱਚ ਧੋਖੇ ਦੇ ਵਿੱਚ ਹਨ, ਹਮੇਸ਼ਾ ਉਹ ਧੋਖੇ ਦੇ ਵਿੱਚ ਰਹਿਣਗੇ। ਜਿਹੜੇ ਰੱਬ ਦੇ ਆਸਰੇ ਜੀਵਨ ਬਤੀਤ ਕਰਦੇ ਆ, ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨਹੀਂ, ਉਹ ਮੇਰਾ ਪ੍ਰਮਾਤਮਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਾਉ ਕਿਸ ਨਾਹੀ ਜਮ ਨਹੀਂ ਆਵੇ ਨੇੜੇ। ਕਿਉਂਕਿ ਜਿੱਦਣ ਅਸੀਂ ਦੂਜੇ ਪਾਸੇ ਲੱਗ ਗਏ ਨਾ, ਤੇ ਸਾਹਿਬ ਅਗਲੀ ਪੰਕਤੀ 'ਚ ਕਹਿੰਦੇ ਦੂਏ ਭਾਏ ਬਗੂਚੀਐ। ਰੱਬ ਨੂੰ ਛੱਡ ਕੇ ਦੂਜੇ ਪਾਸੇ ਲੱਗ ਕੇ ਤਾਂ ਖਵਾਰ ਹੋਵਾਂਗੇ। ਦੂਏ ਭਾਏ ਬਗੂਚੀਏ ਗੱਲ ਪਈ ਸੋ ਜਮ ਕੀ ਫਾਸ। ਜਮਾਂ ਦੀਆਂ ਫਾਹੀਆਂ ਗਲ ਵਿੱਚ ਪੈ ਜਾਣਗੀ। ਫਿਰ ਸਤਿਗੁਰੂ ਦੀ ਨਿਰਣਾ ਦਿੰਦੇ ਆ। ਬੰਦਾ ਕਹਿੰਦਾ ਮੇਰੇ ਨਾਲ ਇਦਾਂ ਕੀ ਹੋਇਆ ਹੈ, ਮੈਂ ਤਾਂ ਆਹ ਕੀਤਾ ਸੀ, ਮੇਰੇ ਨਾਲ ਇਦਾਂ ਕਿਉਂ ਹੁੰਦਾ ਹੈ? ਤੇ ਸਤਿਗੁਰੂ ਜਵਾਬ ਦਿੰਦੇ, ਕਹਿੰਦੇ ਜੇਹਾ ਬੀਜੇ ਸੋ ਲੂਣੈ ਮੱਥੇ ਜੋ ਲਖਿਆਸ। ਜੋ ਅਸੀਂ ਬੀਜਾਂਗੇ ਉਹ ਸਾਨੂੰ ਵੱਢਣਾ ਪਏਗਾ। ਉਹ ਜੋ ਅਸੀਂ ਬੀਜਾਂਗੇ, ਜੇ ਅਸੀਂ ਸੋਚੀਏ ਵੀ ਕਣਕ ਬੀਜੀ ਤੇ ਮੱਕੀ ਵੱਢ ਲਾਂਗੇ, ਨਹੀਂ, ਜੋ ਬੀਜ ਰਹੇ ਹਾਂ ਉਹੀ ਸਾਨੂੰ ਵੱਢਣ ਵਾਸਤੇ ਮਿਲੇਗਾ। ਰੋਜ਼ ਤੁਸੀਂ ਪੜ੍ਹਦੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਪਰ ਕਹਿੰਦਾ ਕਿ ਕਰਾਂ ਮੈਂ ਗਲਤ, ਬੀਜਾਂ ਮੈਂ ਗਲਤ ਤੇ ਮੈਨੂੰ ਅੰਮ੍ਰਿਤ ਮਿਲਦੇ। ਗੁਰੂ ਸਾਹਿਬ ਕਹਿੰਦੇ ਇਹ ਇਨਸਾਫ ਨਹੀਂ ਹੈ। ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਜੋ ਬੀਜਾਂਗੇ ਉਹ ਵੱਢਣਾ ਪਏਗਾ। ਜਿਹਾ ਬੀਜੇ ਸੋ ਲੂਣੇ ਮੱਥੇ ਜੋ ਲਖਿਆਸ। ਜੋ ਪਰਮਾਤਮਾ ਨੇ ਲਿਖ ਦਿੱਤਾ ਹੈ ਉਹੀ ਮਿਲੇਗਾ। ਜਿਸ ਵੇਲੇ ਬੀਜਦਾ ਹੈ ਨਾ ਮਨੁੱਖ ਭੁੱਲ ਜਾਂਦਾ ਹੈ। ਤੇ ਆਪ ਤੁਸੀਂ ਲੋਕਾਂ ਨੂੰ ਸੁਣਿਆ ਹੋਵੇਗਾ, ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ, ਮੈਂ ਤਾਂ ਕਿਸੇ ਨੂੰ ਕਦੇ ਬੁਰਾ ਨਹੀਂ ਆਖਿਆ। ਤੇ ਭਾਈ ਆ ਘਾਹ ਜਿਹੜਾ ਨਾ, ਘਾਹ ਜਿਹੜਾ ਇਹ ਵੀ ਕਿਤੇ ਆਪਣੇ ਆਪ ਨਹੀਂ ਉੱਗਦਾ, ਕਿਤੇ ਥੋੜਾ ਬਹੁਤਾ ਬੀਜ ਡਿੱਗਿਆ ਹੋਵੇ ਤਾਂ ਹੀ ਘਾਹ ਉੱਗਦਾ। ਹਰੇਕ ਜਗ੍ਹਾ ਘਾਹ ਵੀ ਨਹੀਂ ਉੱਗਦਾ। ਜੋ ਅਸੀਂ ਕਰਦੇ ਹਾਂ ਉਹ ਪ੍ਰਤੱਖ ਸਾਡੇ ਸਾਹਮਣੇ ਜੀਵਨ ਦੇ ਵਿੱਚ ਪ੍ਰਗਟ ਹੋ ਜਾਂਦਾ। ਜਿਹਾ ਬੀਜੇ ਸੋ ਲੂਣੇ ਮੱਥੇ ਜੋ ਲਖਿਆਸ। ਉਹ ਸਾਨੂੰ ਜ਼ਰੂਰ
क्योंकि गुरु साहब समझा रहे हैं, भगत त्रिलोचन जी का शब्द है, कहते अंत काल जो लक्ष्मी सिमरे ऐसी चिंता में जे मरे सर्प जोन बल बल उतरे। सारी जिंदगी माया माया करता रहा तो मरन लगा भी वही कुछ करेगा, उदों किथे वाहिगुरू याद आएगा। तो की करना, कहते अरी बाई गोबिंद नाम मत विसरे, कहते तेनू परमात्मा का नाम ना भुल जाए। जदों लिखता है ना उदों भुल जाता है, उदों भुल जाता है। अज हुक्मनामा तुसीं दरबार साहब का सुनिया ना, कागद काया कागद मन परवाना सिर के लेख ना पढ़े ये आना। जो लिख रहा ना वो पढ़न का यतन नहीं कर रहा। एक बंदा चोरी की बंदे ने ते उन्होंने सजा होनी सी, ते जज के सामने उन्होंने पेश किया गया। जज बड़ा सियाणा सी, कहन लगा भाई इदां कर, कोई चंगे काम करने चाहिए आ, जे तेनू छड़ दईए कोई पढ़ाई करेगा, पढ़ेगा तो चंगा कमा बंदा बनेगा तू। कहन लगा जी पढ़िया तो है नहीं, मैं लिख लेना। जज सोचा भी लिख लेना, पढ़ता नहीं, चलो इनू कागज पेन दो। कहते कागज पेन दिता। उन्हें की लिखना सी, उन्हें लकीरां जिहा कागज ते मार दित्तियां ते जज नूं देता कागज। जज कहता की लिखा, कहता तुसीं पढ़ो ना, मैनूं तां पढ़ना ही नहीं आउंदा, मैनूं तां लिखना आउंदा है। ते असीं लिख तां रहे हैं पर पढ़ नहीं रहे। ये अज दा हुक्मनामा दरबार साहिब दा, काया कागद मन परवाना सिर के लेख ना पढ़े आना। जो बीज रहे हैं वो भुल गए भी असीं बीजिया सी। कहते गुरु साहब कहने जेहा बीजे सो लूणे मथे जो लखियास, रहन बिहानी पछतानी उठ चली गई निराश। एक रहन का अर्थ हुंदा रात, इत्थे रहन का अर्थ है जिंदगी की रात खत्म हो रही है। रहन बिहानी पछतानी उठ चली गई निराश, जिन्हों गुरु साहब महाराज कहते रहन गवाई सोए कह, दिवस गवाया खाए हीरे जैसा जन्म है कौडी बदले जाए। आ चार पैर तो उदे घूम के गुजार दिते, चार गवाया हंड के चार गवाया सम, लेखा रब मंगेसिया तू आयो केड़े काम वास्ते परमात्मा ने तेनू भेजिया सी। ते बंदा फिर निराश नहीं किया गुरु साहब ने। तुसीं पाठ करते हो, किते भी निराशता वाली गल नहीं है। गुरु ने रास्ता भी दसिया, जे सानू चेतावनी दिती है ना तेरा जीवन बर्बाद हो रहा, फिर नाले भी दसिया भी रब की प्राप्ति किदां होएगी जिहड़ा जीवन बचिया है। अजहूं कछ बिगड़ियो नहीं जो प्रभु गुण, हले भी समा है। ते की करना, कहंदे जिनको साधु भेटी है सो दरगाह होए खलास। भेटीए का अर्थ हुंदा जिन्हों गुरु का मिलाप हो जाए। जिनको साधु भेटीए सो दरगाह होए खलास। खलास का अर्थ है मुक्ति। मुक्ति किदां होएगी, जिहड़ा गुरु के हुक्म में चलेगा। बंद खलासी भाणे होए होर आख ना सके कोए, जे को खायक आखण पाए ओ जाने जेतियां मूँह खाए। होर कोई तरीका नहीं है, उहदी रजा विच आ जा, उहदे भाणे विच आ जा। ते साहब महाराज कह रहा जिनको साधु भेटी है सो दरगाह होए खलास। फिर अरदास की कर किरपा प्रभ अपनी तेरे दर्शन होए प्यास। हे सतगुरु महाराज कृपा कर मैनू तेरे दर्शनां दी प्यास। मैं कल भी बेनती की सी कि सतगुरु ने सिर्फ थ्योरी नहीं समझाई, नाल प्रैक्टिकल करके दित्या। प्रैक्टिकल कर। चार साहिबजादे शहीद हो गए गुरु कलगीधर पातशाह दे, ते मंगदे की हन? तुसीं रोज बाणी पढ़ते हो, वैसे असी उहदा बाणी का नाम है बेनती, असी उहनूं बना दिता चौपाई साहब। चौपाई का चार चार लाइनां नूं कहंदे हन, उस बाणी दीयां चार चार लाइनां। बाणी का नाम है बेनती। पूरी तुसीं पढ़ के देखो, उत्थे हुण सतगुरु बेनती कर रहे आ। किहड़ी बेनती कीती? कहंदे हमरी करो हाथ दे रक्षा पूर्ण होए चित की इच्छा। हुण साडी इच्छा होएगी मैं मशहूर हो जाऊं, मेरे कोल धन आ जाए, मेरे कोल बहुत बड़ा महल बन जाए, मेरे कोल गड्डियां आ जाए, साडी ये इच्छा है। सतगुरु की इच्छा की है? कहंदे तब चरणन मन रहे हमारा, अपना जान करो प्रतिपारा। फिर अगे गुरु साहब जिथे प्यास की गल करते हैं, कहंदे हे परमात्मा मैनू तेरे दर्शनां की प्यास, तोर भजन की
ਰਹੇ ਪਿਆਸਾ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਤੇ ਜਿਨ੍ਹਾਂ ਨੂੰ ਪਿਆਸ ਲੱਗੀ ਹੈ, ਜਿਹਨਾਂ ਨੂੰ ਸਮਝ ਆ ਗਈ, ਤੇ ਉਹਨਾਂ ਨੇ ਕਹਿ ਦਿੱਤਾ ਕਿ ਇਹ ਸਤਿਗੁਰ ਜੀ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। हे ਪਰਮੇਸ਼ਰ ਜੀ, ਤੇਰੇ ਤੋਂ ਬਿਨਾਂ ਦੂਸਰਾ ਸੰਸਾਰ ਦੇ ਵਿੱਚ ਕੋਈ ਨਹੀਂ ਹੈ, ਰੱਬ ਇੱਕੋ ਹੀ ਹੈ। ਉਹ ਸਾਡੀ ਪ੍ਰਤਪਾਲਨਾ ਕਰਦਾ। ਸਾਡੀਆਂ 3 ਅਰਦਾਸਾਂ ਹਨ, ਇਹ ਤਾਂ ਹਰੇਕ ਦੀਆਂ ਹੁੰਦੀਆਂ ਹਨ, ਇਸ ਕਰਕੇ ਅਸੀਂ ਬਚਦੇ ਹਾਂ। ਇੱਕ ਅਰਦਾਸ ਸਾਡੇ ਜਨਮ ਤੋਂ ਪਹਿਲਾਂ, ਜਿਸ ਵੇਲੇ ਅਸੀਂ ਮਾਂ ਦੇ ਉਦਰ ਦੇ ਵਿੱਚ ਹੁੰਦੇ ਹਾਂ, ਮਾਂ ਦੇ ਗਰਭ ਦੇ ਵਿੱਚ ਹੁੰਦੇ ਹਾਂ, ਉੱਥੇ ਇਹ ਲਫ਼ਜ਼ ਨਹੀਂ ਹੁੰਦੇ ਜੋ ਅਸੀਂ ਅਰਦਾਸ ਪੜ੍ਹਦੇ ਹਾਂ, ਉੱਥੇ ਸੁਰਤ ਜੁੜੀ ਹੁੰਦੀ ਹੈ। ਇੱਕ ਅਰਦਾਸ ਉਹ ਹੋ ਗਈ। ਇੱਕ ਅਰਦਾਸ ਜ਼ਿੰਦਗੀ ਦੇ ਵਿੱਚ ਸਾਨੂੰ ਜੇ ਕਰਨੀ ਆ ਜਾਏ, ਉਹ ਸਤਿਗੁਰੂ ਸਮਝਾ ਰਹੇ ਆ, ਸਿਖਾ ਰਹੇ ਆ। ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਜਿੱਦਾਂ ਸਤਿਗੁਰ ਮਹਾਰਾਜ ਤੂੰ ਉੱਥੇ ਰੱਖਿਆ ਕੀਤੀ ਆ, ਇਸੇ ਤਰ੍ਹਾਂ ਇੱਥੇ ਸੰਸਾਰ ਦੇ ਵਿੱਚ ਵੀ ਸਾਡੀ ਰੱਖਿਆ ਕਰ। ਇਹ ਜਿਹੜਾ ਸੰਸਾਰ ਹੈ ਨਾ, ਇਸ ਤੋਂ ਵੀ ਭਿਆਨਕ ਅੱਗ ਮਾਂ ਦੇ ਉਦਰ ਦੇ ਵਿੱਚ ਹੈ, ਉੱਥੇ ਰੱਖਿਆ ਕਰ ਸਕਦਾ। ਹੁਣ ਤੁਸੀਂ ਇੱਕ ਮਾਸ ਦਾ ਟੁਕੜਾ ਲੈ ਲਓ, ਉਹਨੂੰ ਤਵੇ ਤੇ ਰੱਖ ਦਿਓ, ਉਹ ਥੋੜੀ ਦੇਰ ਬਾਅਦ ਸੁਰਮਾ ਬਣ ਜਾਣਾ ਉਹਦਾ। ਇਸ ਤੋਂ ਵੀ ਭਿਆਨਕ ਅੱਗ ਮਾਂ ਦੇ ਉਦਰ ਦੇ ਵਿੱਚ, ਉੱਥੇ ਸਾਡੀ ਰੱਖਿਆ ਕਰ ਸਕਦਾ ਹੈ, ਤੇ ਇੱਥੇ ਸੰਸਾਰ ਵਿੱਚ ਕਿਉਂ ਨਹੀਂ ਕਰ ਸਕਦਾ? ਕਿਉਂਕਿ ਅਰਦਾਸ ਜਿੱਦਣ ਸਾਨੂੰ ਕਰਨੀ ਆ ਗਈ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਧੋਰਾ। ਮੈਨੂੰ ਤੇਰਾ ਹੀ ਆਸਰਾ, ਇੱਥੇ ਉੱਥੇ ਸਭ ਜਗ੍ਹਾ ਤੇਰਾ ਆਸਰਾ ਹੈ। ਅਰਦਾਸ ਕਰਨੀ ਹੈ। ਤੀਸਰੀ ਅਰਦਾਸ ਜਿਹੜੀ ਹੈ, ਉਹਨੂੰ ਕਹਿੰਦੇ ਅੰਤਮ ਅਰਦਾਸ, ਜਿਹੜੇ ਲੋਕ ਸਾਡੇ ਵਾਸਤੇ ਕਰਦੇ ਆ। ਇਹ 3 ਅਰਦਾਸਾਂ ਹਨ। ਪਹਿਲੀ ਜਿਹੜੀ ਮਾਂ ਦੇ ਉਹਦੇ ਵਿੱਚ ਅਸੀਂ ਖੁਦ ਕਰ ਰਹੇ ਹਾਂ, ਸਿਮਰਨ ਦੇ ਤੌਰ ਤੇ ਕਰ ਰਹੇ ਹਾਂ। ਜ਼ਿੰਦਗੀ ਵਿੱਚ ਜੇ ਸਾਨੂੰ ਮੁਸ਼ਕਲ ਦੇ ਵਿੱਚ ਸਮਝਣਾ ਹੋਵੇ, ਜੇ ਰੱਬ ਦੇ ਰਸਤੇ ਚੱਲਣਾ, ਫਿਰ ਅਰਦਾਸ ਸਾਰੀ ਜ਼ਿੰਦਗੀ ਅਰਦਾਸ ਹੀ ਹੈ। ਤੇ ਇੱਕ ਅਰਦਾਸ ਜਿਹੜੀ ਫਿਰ ਲੋਕੀ ਸਾਡੇ ਵਾਸਤੇ ਕਰਦੇ, ਉਹਨੂੰ ਕਹਿੰਦੇ ਅੰਤਮ ਅਰਦਾਸ। ਤੇ ਇਹ ਅਰਦਾਸ ਸਤਿਗੁਰ ਦੇ ਚਰਨਾਂ ਵਿੱਚ ਕਰਨੀ ਕਿ ਸਤਿਗੁਰ ਮਹਾਰਾਜ ਤੇਰੇ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਖਰ ਵਿੱਚ ਸਾਹਿਬ ਕਹਿੰਦੇ ਆਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਪਹਿਲੀ ਪੰਕਤੀ ਤੇ ਦੂਸਰੀ ਆਖਰੀ ਪੰਕਤੀ ਤੁਸੀਂ ਸਾਹਮਣੇ ਰੱਖ ਲਓ। ਪਹਿਲੀ ਪੰਕਤੀ ਜਾ ਕੇ ਆਸਾੜ ਤਪੰਦਾ ਤਿਸ ਲੱਗੇ, ਤਿਸ ਲੱਗੇ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਦਾ ਨਾਮ ਨਹੀਂ ਹੈ। ਤੇ ਇੱਥੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਆਸਾੜ ਸੁਹੰਦਾ ਤਿਸ ਲੱਗੇ, ਜਿਸ ਮਨ, ਇੱਥੇ ਮਨ ਦੇ ਨੰਨੇ ਨੂੰ ਸਿਆਰੀ ਹੈ, ਮਨ ਦੇ ਵਿੱਚ ਹਰ ਚਰਨ ਨਿਵਾਸ। ਆਸਾੜ ਤਪੰਦਾ ਤਿਸ ਲੱਗੇ, ਹਰ ਨਾਹਾ ਨਾ ਜਿਨ੍ਹਾਂ ਪਾਸ। ਉਹਨਾਂ ਨੂੰ ਤਪਸ਼ ਲੱਗਦੀ ਹੈ, ਜਿਹਨਾਂ ਕੋਲ ਰੱਬ ਨਹੀਂ ਹੈ, ਉਹਨਾਂ ਵਾਸਤੇ ਤਾਂ ਸੁਖੀ ਹੈ, ਸੁਹੇਲਾ ਹੈ। ਆਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਕਈ ਵੇਲੇ ਸਵਾਲ ਪੈਦਾ ਹੁੰਦਾ ਕਿ ਸਤਿਗੁਰੂ ਦੇ ਚਰਨ ਕਿਹੜੇ ਆ? ਕਈਆਂ ਨੂੰ ਭੁਲੇਖਾ, ਫਿਰ ਇੱਥੇ ਆ ਕੇ ਆਹ ਗੁਰੂ ਸਾਹਿਬ ਜੀ ਦੇ ਮੰਜੀ ਸਾਹਿਬ ਦੇ ਪਾਵੇ ਦੱਬਦੇ ਰਹਿੰਦੇ ਆ ਕਿ ਇਹ ਸ਼ਾਇਦ ਸਤਿਗੁਰੂ ਜੀ ਦੇ ਪੈਰ ਹੈ, ਗੁਰੂ ਸਾਹਿਬ ਦੇ ਚਰਨ ਹੈ। ਤੇ ਤੁਸੀਂ ਨਿਤਨੇਮ ਕਰਦੇ ਹੋ, ਜਾਪ ਸਾਹਿਬ ਦੇ ਵਿੱਚ ਕਲੀਅਰ ਲਿਖਿਆ, ਗੁਰੂ ਸਾਹਿਬ ਨੇ ਸਪਸ਼ਟ ਲਿਖਿਆ, ਕਹਿੰਦੇ ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ। ਸਤਿਗੁਰੂ ਦਾ ਨਾਮ ਹੀ ਸਤਿਗੁਰੂ ਦੇ ਚਰਨ ਹਨ। ਤੇ ਜਦੋਂ ਅਸੀਂ ਸਤਿਗੁਰੂ ਦੇ ਨਾਮ ਦੇ ਨਾਲ ਜੁੜਦੇ ਹਾਂ, ਸਤਿਗੁਰੂ ਦੀ ਬਾਣੀ ਦੇ ਨਾਲ ਜੁੜਦੇ ਹਾਂ, ਤੇ ਇਹ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ। ਹਮੇਸ਼ਾ ਵਾਸਤੇ ਸਾਡੇ ਜੀਵਨ ਦੇ ਵਿੱਚ ਠੰਡਕ ਰਹਿ ਸਕਦੀ ਹੈ। ਅਸੀਂ ਜੋ ਅੰਦਰੋਂ ਹੁੰਦੇ ਹਾਂ, ਉਹ ਅਸੀਂ ਬਾਹਰੋਂ ਨਹੀਂ ਦਿਖਾਉਂਦੇ। ਜੋ ਅਸੀਂ ਬਾਹਰੋਂ ਹਾਂ, ਉਹ ਅਸੀਂ ਅੰਦਰ ਨਹੀਂ ਹਾਂ। ਤੇ ਜੀਵਨ ਤਾਂ ਹੀ ਬਣੇਗਾ ਜੋ ਅਸੀਂ ਅੰਦਰ ਹਾਂ, ਅਸੀਂ ਬਾਹਰੋਂ ਵੀ ਬਣ ਜਾਈਏ। ਜੋ ਅਸੀਂ ਬਾਹਰੋਂ ਹਾਂ, ਜਿੱਦਾਂ ਮੇਰੇ ਵਰਗਾ ਭੇਖ ਧਾਰਨ ਕਰਕੇ ਬੈਠਾ, ਜੇ ਅਸੀਂ ਅੰਦਰੋਂ ਵੀ ਉਦਾਂ ਦੇ ਹੋ ਜਾਈਏ, ਜੀਓ ਨਿਰਮਲ ਬਾਹਰੋਂ ਨਿਰਮਲ ਵਾਲੀ ਅਵਸਥਾ ਨਹੀਂ ਤਾਂ ਫਿਰ ਕੁਝ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਮੈਲੇ ਤੇ ਨਹੀਂ ਜਨਮ ਜੂਏ ਹਾਰੇ। ਸਤਿਗੁਰੂ ਤਾਂ ਉਹਨੂੰ ਕਹਿੰਦੇ ਆ ਵੀ ਭਾਈ ਦੋਨੇ ਪਾਸੋਂ ਇੱਕੋ ਜਿਹਾ ਹੋ ਜਾਏ। ਦੋ ਜੀਵਨ ਜਿਹੜੇ ਹੈ, ਦੋ ਮੁਖੀ ਜੀਵਨ ਜਿਹੜਾ ਹੈ, ਉਹ ਹਮੇਸ਼ਾ ਧੋਖੇ ਵਾਲਾ ਜੀਵਨ ਹੈ। ਤੇ ਜਿਸ ਵੇਲੇ ਅਸੀਂ ਉਹਦੇ ਬਣ ਜਾਂਦੇ ਆ, ਉਹਦੇ ਚਰਨ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦੇ ਆ, ਉਹਦੇ ਨਾਮ ਨੂੰ ਜਪਦੇ ਆ, ਵੀ ਸਾਨੂੰ ਇਹ ਬਾਹਰਲੀ ਜਿਹੜੀ ਗਰਮੈਸ਼ ਹੈ, ਬਾਹਰਲੀ ਤਪਸ਼ ਜਿਹੜੀ ਆ, ਸਾਨੂੰ
ਤੁਸੀਂ ਅੱਜ ਵੀ ਦੇਖਿਆ ਕਈ ਮਹਾਂਪੁਰਸ਼ ਤੁਹਾਨੂੰ ਦਿਖ ਜਾਣਗੇ ਕੰਬਲ ਲਈ ਫਿਰਦੇ ਆ। ਇਸ ਸਮੇਂ ਦੇ ਵਿੱਚ ਵੀ, ਗਰਮੀ ਵਿੱਚ ਵੀ ਕੰਬਲ ਲੈ ਕੇ ਘੁੰਮਦੇ ਆ। ਉਹ ਠੰਡ ਦੇ ਵਿੱਚ ਬਿਲਕੁਲ ਨਗਨ ਅਵਸਥਾ ਦੇ ਵਿੱਚ ਜੀਵਨ, ਉਹਨਾਂ ਨੂੰ ਇਹ ਬਾਹਰਲੇ ਚੀਜ਼ਾਂ ਦੇ ਨਾਲ ਕੋਈ ਲਿੰਕ ਨਹੀਂ ਹੁੰਦਾ। ਉਹ ਤਾਂ ਸਿਰਫ ਇੱਕ ਪਰਮੇਸ਼ਰ ਨਾਲ ਜੁੜ ਜਾਂਦੇ ਆ। ਕਿ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਅਰਦਾਸ ਕਰੀਏ ਕਿ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰ, ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਤੇਰੇ ਨਾਮ ਦੇ ਨਾਲ ਹੀ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਸਕਦਾ ਹੈ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ, ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਸਾਰਿਆਂ ਦੀ ਹਾਜ਼ਰੀ ਸਤਿਗੁਰੂ ਦੀ ਦਰ ਤੇ ਪ੍ਰਵਾਨ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।